ਆਦਿ ਗੁਰੁਏ ਨਮੇ ਜੁਗਾਦ ਗੁਰੁਏ ਨਮੇ ਸਤਿਗੁਰੁਏ ਨਮੇ ਸ੍ਰੀ ਗੁਰੂਦੇਵੈ ਨਮੇ ਬਾਲ ਯਤੀ ਸ੍ਰੀ ਸਤਿਗੁਰੂ ਸਰੂਪ ਸ੍ਰੀ ਚੰਦਰ ਚਰਨ ਕਮਲ ਵੰਦਨਾ ਕਰੂੰ ਗੁਰੂ ਦੀ ਜੋ ਪਰਮਾਨੰਦ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹੇਠ ਜੁੜ ਬੈਠੇ ਖੜਦਰਸ਼ਨ ਸਾਧੂ ਸਮਾਜ ਜਨਤਾ ਜਨਾਰਦਨ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਬਹੁਤ ਹੀ ਪੂਜਨੀਕ ਅਸਥਾਨ ਦੇ ਉੱਤੇ ਉਦਾਸੀਨ ਸੰਪਰਦਾਇ ਦੇ ਡੇਰੇ ਦੇ ਵਿੱਚ ਇਕੱਠੇ ਹੋਏ ਹਾਂ। ਅੱਜ ਅਸੀਂ 4 ਮਹਾਂਪੁਰਸ਼ਾਂ ਦੀ ਬਰਸੀ ਮਨਾ ਰਹੇ ਹਾਂ। ਮਹੰਤ ਕਿਸ਼ਨਦਾਸ ਜੀ, ਮਹੰਤ ਰਾਮਦਾਸ ਜੀ ਘੋੜੇ ਵਾਲੇ, ਮਹੰਤ ਸੋਮ ਪ੍ਰਕਾਸ਼ ਜੀ ਤੇ ਮਹੰਤ ਪ੍ਰੇਮ ਮੁਨੀ ਜੀ। ਸਭ ਤੋਂ ਪਹਿਲਾਂ ਸਾਨੂੰ ਇਸ ਮਤ ਬਾਰੇ, ਇਸ ਪੰਥ ਬਾਰੇ, ਇਸ ਸੰਪਰਦਾ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਸਾਡੇ ਬਹੁਤ ਹੀ ਸੁਲਝੇ ਹੋਏ ਕਥਾਵਾਚਕ ਮਹੰਤ ਕਿਸ਼ਨ ਮੁਨੀ ਜੀ ਦੱਸ ਕੇ ਗਏ ਨੇ। ਭਾਈ ਗੁਰਦਾਸ ਜੀ ਵਾਰਾਂ ਵਿੱਚ ਲਿਖਦੇ ਹੈ ਕਿ ਜਿਹੜਾ ਉਦਾਸੀਨ ਮਤ ਹੈ ਕਿੱਥੋਂ ਆਇਆ, ਕਿਵੇਂ ਆਇਆ। ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਸੋਧਨ ਚੜਿਆ ਤਰਤ ਲੁਕਾਈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਇਸ ਲੁਕਾਈ ਨੂੰ, ਇਸ ਧਰਤੀ ਨੂੰ ਸੋਧਣ ਲਈ ਗਏ ਤਾਂ ਉਹਨਾਂ ਨੇ ਉਦਾਸੀਨ ਸੰਤਾਂ ਵਾਲਾ ਬਾਣਾ ਪਹਿਨਿਆ, ਸੇਲੀ ਟੋਪੀ, ਪੈਰਾਂ 'ਚ ਖੜਾਵਾਂ, ਗਲ ਮੇ ਚੋਲਾ। ਉਦਾਸੀਆਂ ਪੂਰਨ ਤੋਂ ਕਾਰਨ ਬਾਅਦ ਉਹਨਾਂ ਨੇ ਇਹ ਚੋਲਾ ਉਤਾਰਿਆ ਵੀ। ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਬਾਬਾ ਆਇਆ ਕਰ ਉਦਾਸੀ ਭੇਖ ਸਗਲੀ ਉਤਾਰਾ, ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਗੁਰਤਾ ਗੱਦੀ ਤੋਂ ਦੇਣ ਤੋਂ ਪਹਿਲਾਂ ਤੱਕ ਗੁਰੂ ਨਾਨਕ ਦੇਵ ਜੀ ਉਦਾਸੀ ਸਨ। ਤਾਂ ਕਰਤਾਰਪੁਰ ਆ ਕੇ ਉਹਨਾਂ ਨੇ ਆਪਣਾ ਉਦਾਸੀ ਪੇਸ਼-ਭੂਸ਼ਾ ਵਿਲਾਸ ਉਤਾਰ ਕੇ ਆਪਣੇ ਸੁਪੁੱਤਰ ਨੂੰ ਦੇਤਾ ਤੇ ਫਿਰ ਸੰਸਾਰੀ ਗ੍ਰਸਤੀਆਂ ਵਾਲੇ ਕੱਪੜੇ ਪਹਿਨ ਕੇ ਮੰਜੀ ਢਾ ਕੇ ਗੁਰਤਾ ਗੱਦੀ ਤੋਰੀ। ਤੋਂ ਬੜਾ ਗੂੜਾ ਰਿਸ਼ਤਾ ਹੈ ਸਾਡਾ ਨਾਨਕ ਦੇ ਨਾਲ। ਬਾਬਾ ਸ਼੍ਰੀ ਚੰਦਰ ਮਹਾਰਾਜ ਬੜੇ ਗੌਰਵਮਈ ਤਰੀਕੇ ਨਾਲ ਨਾਮ ਲੈਂਦੇ ਆਪਣੇ ਪਿਤਾ ਦਾ। ਨਾਨਕ ਪੂਤਾ ਸ਼੍ਰੀ ਚੰਦਰ ਬੋਲੇ। ਕਹਿੰਦੇ ਅਸੀਂ ਗੁਰੂ ਨਾਨਕ ਦੇ ਪੁੱਤਰ ਤੇ ਸ਼੍ਰੀ ਚੰਦਰ ਬੋਲਦੇ ਆ। ਤੇ ਅਗਲਾ ਸੂਤਰ ਹੈ, ਜੁਗਤ ਪਛਾਣੇ ਤਤ ਵਿਰੋਲੇ। ਹੇ ਜਗਿਆਸੀਓ, ਜੇ ਉਸ ਤੱਤ ਨੂੰ, ਉਸ ਆਨੰਦ ਨੂੰ, ਉਸ ਪਰਿਪੂਰਨ ਪ੍ਰਮਾਤਮਾ ਨੂੰ ਮਿਲਣਾ ਹੈ ਤੇ ਜੁਗਤੀ ਪਛਾਣਨੀ ਪੈਣੀ ਹੈ। ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਕਹਿੰਦੇ, ਜੋਰ ਨ ਜੁਗਤੀ ਛੁੱਟੇ ਸੰਸਾਰ। ਕਹਿੰਦੀ ਸੰਸਾਰ ਜੋਰ ਨਾ ਨਹੀਂ, ਜੁਗਤੀ ਨਾ ਛੁੱਟਦਾ। ਸੋ ਹੁਣ ਸਭ ਤੋਂ ਜਿਹੜੀ ਪਹਿਲੀ ਸਿੱਖ ਮਤ ਦੀ ਸੰਪਰਦਾਇ ਉਦਾਸੀਨ ਹੈ। ਜੇ ਅਸੀਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤੋ ਜਿੰਨੇ ਕੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ ਹਸਤ ਲਿਖਤ ਸਾਡੇ ਕੋਲ ਨੇ, ਉਹਨਾਂ ਦੇ ਵਿੱਚੋਂ 80% ਉਦਾਸੀ ਮਹਾਂਪੁਰਸ਼ਾਂ ਦੇ ਲਿਖੇ ਹੋਏ ਨੇ। ਇੰਨਾ ਜ਼ਿਆਦੇ ਉਦਾਸੀ ਸੰਤਾਂ ਦਾ ਬਾਣੀ ਦੇ ਨਾਲ ਮੋਹ ਸੀ
ਉਦਾਸੀਨ ਸੰਪਰਦਾਇ ਦੇ ਵਿੱਚ ਇੱਕ ਬੜੀ ਵਿਸ਼ੇਸ਼ ਮਹੱਤਤਾ ਸੀ। ਸ਼ਿਸ਼ ਬਣਾਉਣ ਤੋਂ ਪਹਿਲਾਂ 5 ਗ੍ਰੰਥੀ ਤੇ 10 ਗ੍ਰੰਥੀ ਕੰਠ ਕਰਾਈ ਜਾਂਦੀ ਸੀ। ਫਿਰ ਜਾ ਕੇ ਉਸ ਨੂੰ ਸਾਡੇ ਮਹਾਂਪੁਰਸ਼ ਉਦਾਸੀ ਸੰਪਰਦਾਇ ਦੀ ਦੀਕਸ਼ਾ ਲੈਣ ਦਾ ਅਧਿਕਾਰੀ ਮੰਨਦੇ ਸੀ। ਸਿੱਖ ਧਰਮ ਲਈ ਬੜੀ ਵੱਡੀ ਦੇਣ ਹੈ ਉਦਾਸੀਨ ਸੰਪਰਦਾਇ ਦੀ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਸਾਡੇ ਸ੍ਰੀ ਸੱਚਖੰਡ ਦਰਬਾਰ ਸਾਹਿਬ ਦੇ ਉੱਤੇ ਕਬਜ਼ਾ ਕਰ ਲਿਆ, ਉਥੋਂ ਦੀ ਨੇਮ ਨੂੰ ਰੋਕਤਾ, ਤਾਂ ਇਤਿਹਾਸ ਗਵਾਹ 18 ਉਦਾਸੀ ਸੰਤਾਂ ਨੇ ਆਪਣੀ ਜਾਨ ਦੀ ਬਾਜੀ ਲਾਈ। ਜਿੱਧਰੋਂ ਹੰਸਲੀ ਨਦੀ ਆਉਂਦੀ ਹੈ, ਰੂੰ ਮਾਚਸ ਤੇ ਘਿਓ ਲੈ ਕੇ ਚੁੱਭੀ ਮਾਰ ਕੇ ਦਰਬਾਰ ਸਾਹਿਬ ਜਾਣਾ, ਸਵੇਰ ਸ਼ਾਮ ਉੱਥੇ ਜੋਤ ਜਗਾਉਣੀ, ਤੇ ਜਦੋਂ ਜੋਤ ਜਗ ਪੈਣੀ ਤੇ ਉਹਨਾਂ ਨੇ ਪਹਿਰੇਦਾਰਾਂ ਨੇ ਕਾਇਮ ਹੋ ਜਾਣਾ ਤੇ ਉਹਦਾ ਕਤਲ ਕਰ ਦੇਣਾ। 18 ਉਦਾਸੀਨ ਸੰਤਾਂ ਨੇ ਬਲੀ ਦਿੱਤੀ ਆਪਦੀ ਦਰਬਾਰ ਸਾਹਿਬ ਦੀ ਮਰਿਆਦਾ ਕਾਇਮ ਰੱਖਣ ਲਈ। ਇਤਿਹਾਸ ਗਵਾਹ ਹੈ, ਜਦੋਂ ਦਰਬਾਰ ਸਾਹਿਬ ਦਾ ਪਾਣੀ ਸੁੱਕ ਜਾਂਦਾ ਸੀ, ਸਿੱਖਾਂ ਤੇ ਬੜੀ ਵਿਪਤਾ ਸੀ, ਜੰਗਲਾਂ 'ਚ ਵਾਸਾ ਸੀ ਸਿੱਖ। ਸਾਡੇ ਪੂਜਨੀਕ ਮਹਾਨ ਤਪਸਵੀ ਯੋਗੀ ਰਾਜ ਨਰਵਾਨ ਪ੍ਰੀਤਮ ਦਾਸ ਜੀ ਮਹਾਰਾਜ, ਯੋਗੀ ਰਾਜ ਬਾਬਾ ਸੰਤੋਖ ਦਾਸ ਜੀ ਮਹਾਰਾਜ ਉਦਾਸੀਨ ਮਹਾਂਪੁਰਸ਼ ਨੂੰ ਬੇਨਤੀ ਕੀਤੀ ਮਿਸਲਾਂ ਨੇ, ਮਹਾਰਾਜ ਸਾਡਾ ਜੰਗਲਾਂ 'ਚੋਂ ਨਿਕਲਣਾ ਬਹੁਤ ਔਖਾ ਹੈ ਇਸ ਸਮੇਂ, ਤੇ ਦਰਬਾਰ ਸਾਹਿਬ ਦਾ ਪਾਣੀ ਸੁੱਕ ਜਾਂਦਾ। ਰਾਵੀ ਦੇ ਵਿੱਚੋਂ ਹੰਸਲੀ ਨਦੀ ਪੱਟ ਕੇ 2 ਸੰਤਾਂ ਨੇ ਸ੍ਰੀ ਦਰਬਾਰ ਸਾਹਿਬ ਜਲ ਪਾਇਆ। ਜਿਹੜੇ ਇਸ਼ਨਾਨ ਸ੍ਰੀ ਨਿਸ਼ਾਨ ਸਾਹਿਬ ਅਕਾਲ ਤਖਤ ਤੇ ਅੱਜ ਝੂਲਦੇ ਨੇ ਮੀਰੀ ਪੀਰੀ ਦੇ, ਸਭ ਤੋਂ ਪਹਿਲਾਂ ਇਹ ਨਰਵਾਨ ਪ੍ਰੀਤਮ ਦਾਸ ਜੀ ਨੇ ਸੇਵਾ ਕੀਤੀ ਸੀ। ਇੰਨੀਆਂ ਕੁਰਬਾਨੀਆਂ ਇਸ ਉਦਾਸੀਨ ਮਤ ਦੀਆਂ ਸਿੱਖ ਪੰਥ ਲਈ। 9 ਮਾਸ ਦਾ ਰਿਸ਼ਤਾ ਹੈ ਸਾਡਾ। ਗੁਰੂ ਸਾਹਿਬ ਸਮੇਂ-ਸਮੇਂ ਤੇ ਮਿਲਾਪ ਹੁੰਦਾ ਰਿਹਾ। ਮਹਾਰਾਜ ਜੀ ਬਾਰਠ ਸਾਹਿਬ ਬਾਬਾ ਸ਼੍ਰੀ ਚੰਦਰ ਜੀ ਨੂੰ ਮਿਲਣ ਲਈ ਗਏ। ਸੰਗਤ ਬੈਠੀ ਹੈ, ਮਹਾਰਾਜ ਬੈਠੇ ਨੇ, ਬਚਨ ਵਿਲਾਸ ਹੁੰਦੇ ਨੇ, ਤੇ ਬਾਬਾ ਸ਼੍ਰੀ ਚੰਦਰ ਜੀ ਨੇ ਪੁੱਛਿਆ, ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਕਿੰਨੇ ਪੁੱਤਰ ਨੇ, ਕੋਈ ਸਾਡੇ ਲਈ ਵੀ ਰੱਖਿਆ? ਤਾਂ ਉਹਨਾਂ ਨੇ ਮੋਹਨ ਜੀ ਨੂੰ ਕਿਹਾ, ਮੋਹਨ ਜੀ ਅੱਗੇ ਆਓ, ਤੇ ਬਾਬਾ ਸ਼੍ਰੀ ਚੰਦਰ ਦੇ ਚਰਨਾਂ 'ਚ ਭੇਟ ਕਰਤਾ। ਬਾਬਾ ਸ਼੍ਰੀ ਚੰਦਰ ਜੀ ਨੇ ਸ਼ਿਸ਼ ਬਣਾਇਆ ਮੋਹਨ ਨੂੰ, ਤੇ ਜਿੰਨੀਆਂ ਗੁਰੂ ਨਾਨਕ ਦੇਵ ਮਹਾਰਾਜ ਦੀ 71 ਬਾਣੇ ਬਾਹਰ ਹੀ ਨਹੀਂ ਖੋਲਦਾ। ਫਿਰ ਬਾਬਾ ਬੁੱਢਾ ਜੀ ਗਏ। ਬੁੱਢਾ ਜੀ ਨੇ ਨਿਮਰਤਾ ਸਹਿਤ ਬੇਨਤੀ ਕੀਤੀ, ਮੋਹਨ ਜੀ ਨੇ ਸਮਾਧੀ ਨਹੀਂ ਖੋਲੀ। ਤਾਂ ਬਾਬਾ ਬੁੱਢਾ ਜੀ ਨੇ ਪੰਚੋਂ ਪਾਤਸ਼ਾਹ ਨੂੰ ਕਿਹਾ, ਮਹਾਰਾਜ ਤੁਸੀਂ ਆਪ ਚੱਲੋ, ਬਰਮ ਗਿਆਨੀ ਕੀ ਗਤ ਬਰਮ ਗਿਆਨੀ ਜਾਣੈ। ਕਹਿੰਦਾ ਮਹਾਰਾਜ ਸਾਡੇ ਤੋਂ ਉੱਚ ਅਵਸਥਾ ਹੈ ਮੋਹਨ ਜੀ ਦੀ, ਅਸੀਂ ਵਿਗਿਆ ਨਹੀਂ ਕਰ ਸਕਦੇ। ਪੰਚੋਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਖੁਦ ਆਏ, ਗਲੀ ਦੇ ਵਿੱਚ ਚਾਦਰ ਵਿਛਾ ਕੇ ਸਰੰਦਾ ਹੱਥ ਦੇ ਵਿੱਚ ਲੈ ਕੇ ਸ਼ਬਦ ਉਚਾਰਨ ਕੀਤਾ, ਮੋਹਨ ਤੇਰੇ ਉੱਚੇ ਮੰਦਰ ਸੋਹਨ ਚੁਬਾਰੇ। ਕਹਿੰਦੇ ਮੋਹਨ ਤੇਰੇ ਮੰਦਰ ਬਹੁਤ ਉੱਚੇ ਨੇ। ਪੰਚੋਂ ਪਾਤਸ਼ਾਹ ਨੇ ਥੱਲੇ ਬੈਠ ਕੇ ਵਡਿਆਈ ਕੀਤੀ, ਤਾਂ ਮੋਹਨ ਜੀ ਨੇ ਆਪਦੀ ਸਮਾਧੀ ਖੋਲੀ। ਸਮਾਧੀ ਖੋਲਣ ਤੋਂ ਬਾਅਦ ਮੋਹਨ ਜੀ ਚੁਬਾਰੇ 'ਚੋਂ ਥੱਲੇ ਆਏ, ਗੁਰੂ ਸਾਹਿਬ ਨਾਲ ਮਿਲਾਪ ਹੋਇਆ, ਪੋਥੀਆਂ ਗੁਰੂ ਸਾਹਿਬ ਦੇ ਅਰਪਣ ਕੀਤੀਆਂ। ਇਸ ਆਦਿ ਸ੍ਰੀ ਗੁਰੂ ਗ੍ਰੰਥ ਮਹਾਰਾਜ ਸਾਹਿਬ ਜੀ ਦਾ ਸੰਕਲਨ ਕਰਨ ਦੇ ਲਈ, ਬਣਾਉਣ ਦੇ ਲਈ ਉਦਾਸੀਆਂ ਦੀ ਬਹੁਤ ਵੱਡੀ ਦੇਣ ਹੈ। ਗੁਰੂ ਨਾਨਕ ਦੀ ਬਾਣੀ ਨੂੰ ਉਹਦੇ ਤੇ ਵੀ ਲਾਈਵ ਚੱਲਦਾ ਹੈ, ਡੇਲੀ ਪੋਸਟ ਹੈ। ਸਾਡੇ ਗੌਰਵ ਜੀ ਬੈਠੇ ਨੇ, ਸੰਤਾਂ ਕੀ ਸੰਗਤ
ਇਹਨਾਂ ਦਾ ਵੀ ਚੈਨਲ ਹੈ ਇੱਕ, ਉਹ ਤੇ ਵੀ ਲਾਈਵ ਚੱਲਦਾ ਹੈ, ਸੋ ਸਾਰਿਆਂ ਨੇ ਦੇਖਣਾ। ਸੋ ਇਹਨਾਂ ਕਹਿੰਦਾ ਹੋਇਆ ਮੈਂ ਆਪਣੀ ਬਾਣੀ ਨੂੰ ਵਿਰਾਮ ਦਿੰਦਾ ਹੈ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਛੇਵੇਂ ਪਾਤਸ਼ਾਹ ਮਹਾਰਾਜ ਨਾਲ ਗਏ, ਉਹਨਾਂ ਦਾ ਪਰਿਵਾਰ ਸੀ ਨਾਲ। ਗੁਰੂ ਤੇਗ ਬਹਾਦਰ ਮਹਾਰਾਜ ਵੀ ਉਦੋਂ ਗੁਰੂ ਨਹੀਂ ਸੀਗੇ, ਪਰ ਉਹ ਨਾਲ ਸੀਗੇ ਉਦੋਂ। ਸੋ ਉਹ ਮਹਾਂਪੁਰਸ਼ਾਂ ਦੀ ਆਜ਼ਾਦ ਦੇ ਵਿੱਚ ਬੈਠੇ ਆ, ਅਸੀਂ ਵੇਖਦੇ ਰਹੇ ਆ ਜਦੋਂ ਗੁਰੂ ਮਹਾਰਾਜ ਦੀ ਬਾਣੀ ਸੰਤ ਪੜ੍ਹਦੇ ਹੁੰਦੇ ਸੀਗੇ। ਦੋਸਤੋ, ਕੰਧਾਂ ਦੇ ਨਾਲ ਲੋਕ ਬੈਠ ਸੁਣਦੇ ਸੀਗੇ ਤੇ ਬਾਣੀ ਇੰਨੀ ਸੁੱਧ ਹੁੰਦੀ ਸੀ। ਮੈਂ ਕਹਿ ਰਿਹਾ ਕਿ ਛੋਟਾ ਜਿਹਾ ਤੁਹਾਨੂੰ ਦੁਆਰਨੇ ਵਾ, ਕਿਸ਼ਨ ਦਾਸ ਮਹਾਰਾਜ ਉਦੋਂ ਬਾਣੀ ਨਹੀਂ ਪੜ੍ਹਦੇ, ਉਦੋਂ ਨਾਲ ਜਾਂਦੇ ਹੁੰਦੇ ਸੀਗੇ ਤੇ ਪਰ ਗੌਰ ਨਿਗਾਹ ਰੱਖਦੇ ਸੀਗੇ। ਰਾਤ ਨੂੰ ਇੱਕ ਸੰਤ ਪੜ੍ਹੇ, ਉਹਦੀ 8 ਤੋਂ 10 ਰੌਲ ਸੀ, ਆਵਾਜ਼ ਬੜੀ ਚੰਗੀ ਲੱਗਦੀ ਸੀ ਤੇ ਸੁਬਾਹ ਵੀ ਉਹਦੀ